ਰਾਜ ਗਿੱਲ ਨੇ ਪੁੱਛਿਆ ਹੈ। ਸਤਿ ਸ੍ਰੀ ਅਕਾਲ ਬਾਬਾ ਜੀ, ਕੱਲ੍ਹ ਵਾਲੀ ਆਡੀਓ ਸੁਣੀ। ਤੁਸੀਂ ਉਪਦੇਸ਼ ਦਿੱਤਾ ਕਿ ਇੱਕ ਪ੍ਰੇਮ ਦਾ ਮਾਰਗ ਹੈ, ਇੱਕ ਧਿਆਨ ਦਾ। ਧਿਆਨ ਦੇ ਮਾਰਗ 'ਤੇ ਚੱਲਣ ਲਈ ਸੰਸਾਰ ਵੱਲੋਂ ਧਿਆਨ ਹਟਾਉਣਾ ਹੈ। ਮਨ ਬਾਹਰ ਸੰਸਾਰ ਵੱਲ ਜਾ ਰਿਹਾ ਹੈ। ਅਗਰ ਆਪਾਂ ਮਨ ਨੂੰ ਬਾਹਰ ਜਾਂਦੇ ਨੂੰ ਨਹੀਂ ਰੋਕਦੇ ਤਾਂ ਆਪਾਂ ਆਪਣੇ ਆਪ ਤੋਂ ਦੂਰ ਜਾ ਰਹੇ ਹਾਂ। ਗੱਲ ਸਮਝ ਵਿੱਚ ਆ ਰਹੀ ਹੈ। ਮੇਰੇ ਨਾਲ ਇਸ ਤਰ੍ਹਾਂ ਹੀ ਹੋ ਰਿਹਾ ਹੈ। ਇਹ ਆਪਾ ਕੀ ਹੈ ਜਿਸ ਤੋਂ ਦੂਰ ਜਾ ਰਹੇ ਹਾਂ? ਹੋਰ ਚਾਨਣਾ ਪਾਓ ਜੀ। ਅੱਖਰ ਵੱਧ ਘੱਟ ਲਈ ਮਾਫ਼ ਕਰਨ। ਨਹੀਂ, ਗੱਲ ਸਮਝ ਵਿੱਚ ਨਹੀਂ ਆ ਰਹੀ ਹੈ। ਤੁਸੀਂ ਸਮਝ ਲੈਂਦੇ ਹੋ ਐਸਾ, ਤੁਹਾਡੇ ਖਿਆਲ ਵਿੱਚ ਐਸਾ ਆ ਜਾਂਦਾ ਹੈ ਵੀ ਗੱਲ ਸਮਝ ਵਿੱਚ ਆ ਰਹੀ ਹੈ, ਪਰ ਆ ਨਹੀਂ ਰਹੀ ਹੈ। ਹੁਣ ਪੁੱਛਿਆ ਹੈ, ਇਹ ਆਪਾ ਕੀ ਹੈ ਜਿਸ ਤੋਂ ਦੂਰ ਜਾ ਰਹੇ ਹਾਂ? ਤੇਰਾ ਆਪਾ ਉਹੋ ਹੀ ਹੈ ਜਿਹੜਾ ਇਹ ਸਵਾਲ ਪੁੱਛ ਰਿਹਾ ਹੈ ਇਸ ਵਕਤ। ਪੁੱਛਣ ਵੇਲੇ ਜਿਹਨੇ ਸਵਾਲ ਪੁੱਛਿਆ ਹੈ, ਸੋਚ ਸੋਚ ਕੇ ਖਿਆਲ ਵਿੱਚ ਆਇਆ ਹੈ, ਸਮਝ ਸਮਝ ਕੇ ਖਿਆਲ ਵਿੱਚ ਆਇਆ ਹੈ, ਨਾਲੇ ਵੀ ਲਿਖਤਾ ਵੀ ਗੱਲ ਸਮਝ ਵਿੱਚ ਆ ਰਹੀ ਹੈ। ਪਰ ਅਗਰ ਸਮਝ ਵਿੱਚ ਆ ਹੀ ਰਹੀ ਹੁੰਦੀ ਫਿਰ ਇਹ ਸਵਾਲ ਉੱਠਣਾ ਨਹੀਂ ਸੀ ਵੀ ਆਪਾ ਕੀ ਹੈ। ਹੁਣ ਤੁਸੀਂ ਇਉਂ ਸਮਝੋ ਜਿਵੇਂ ਇਹ ਸਰੀਰ ਹੈ, ਤੇ ਸਰੀਰ ਦੂਸਰੇ ਸਰੀਰ ਨਾਲੋਂ ਦੂਰ ਜਾਂਦਾ ਹੈ। ਉਹ ਤਾਂ ਤੁਹਾਡੇ ਖਿਆਲ ਵਿੱਚ ਗੱਲ ਆਉਂਦੀ ਹੈ ਵੀ ਦੂਰ ਚਲੇ ਗਿਆ। ਪਰ ਜਦੋਂ ਮਨ ਦੂਰ ਜਾਂਦਾ ਹੈ, ਧਿਆਨ ਕਰਕੇ ਤੁਸੀਂ ਦੂਰ ਜਾਂਦੇ ਹੋ, ਸੁਰਤ ਕਰਕੇ ਤੁਸੀਂ ਦੂਰ ਜਾਂਦੇ ਹੋ ਆਪਣੇ ਆਪ ਤੋਂ। ਉਦੋਂ ਤੁਹਾਨੂੰ ਨਹੀਂ ਪਤਾ ਲੱਗਦਾ ਹੈ। ਹੁਣ ਪਤਾ ਲੱਗਿਆ ਨਹੀਂ ਹੈ ਨਾ ਵੀ ਜਦੋਂ ਸਵਾਲ ਪੁੱਛ ਰਿਹਾ ਹੈ ਜਿਹੜਾ, ਉਹ ਆਪਣੇ ਆਪ ਤੋਂ ਦੂਰ ਚਲੇ ਹੀ ਗਿਆ ਸਵਾਲ ਪੁੱਛਣ ਵੇਲੇ, ਕਿਉਂਕਿ ਸਵਾਲ ਦਾ ਜਵਾਬ ਬਾਹਰੋਂ ਮਿਲਣਾ ਹੈ ਤੇ ਧਿਆਨ ਬਾਹਰ ਚਲੇ ਗਿਆ, ਦੂਰ ਚਲੇ ਗਿਆ। ਚਲੇ ਗਿਆ ਨਾ, ਤੁਸੀਂ ਕਹਿੰਦੇ ਧਿਆਨ ਦੇ ਮਾਰਗ 'ਤੇ ਅਸੀਂ ਚੱਲ ਰਹੇ ਤੇ ਧਿਆਨ ਦਾ ਤੁਹਾਨੂੰ ਪਤਾ ਨਹੀਂ। ਤੁਸੀਂ ਗੱਲਾਂ ਸੁਣ ਸੁਣ ਕੇ ਨਾ ਇਉਂ ਸਮਝ ਲੈਂਦੇ ਵੀ ਸਮਝ ਲਈ, ਉੱਥੇ ਹੀ ਅਟਕ ਜਾਂਦੀ ਹੈ ਗੱਡੀ। ਇਹ ਸਮਝਣ ਵਾਲੀਆਂ ਗੱਲਾਂ ਥੋੜ੍ਹੀ ਹੈ ਵੀ ਬੁੱਧੀ ਦੇ ਤਲ 'ਤੇ ਤੁਸੀਂ ਸਮਝ ਲਓ ਤੇ ਸਮਝ ਲਈਆਂ। ਕੁਛ ਗੱਲਾਂ ਐਸੀਆਂ ਹਨ ਸਮਝ ਵਿੱਚ ਨਹੀਂ ਆਉਣਗੀਆਂ ਤੁਹਾਡੇ। ਪਰ ਤੁਸੀਂ ਉਹ ਸਮਝਦਾਰੀ ਨੂੰ ਛੱਡਣਾ ਥੋੜ੍ਹੀ ਹੈ। ਜਿੰਨਾ ਚਿਰ ਭਟਕੇ ਨਾ। ਦਰਅਸਲ ਆਦਮੀ ਭਟਕ ਭਟਕ ਕੇ ਹੀ
ਇਹ ਸਮਝਦਾਰੀ ਦੁਆਰਾ ਵੀ ਭਟਕਦਾ ਹੈ ਆਦਮੀ। ਜ਼ਿਆਦਾਤਰ ਭਟਕ ਰਹੇ ਹਨ ਸਮਝਦਾਰੀ ਦੁਆਰਾ। ਬੜਾ ਤਰਸ ਵੀ ਆਉਂਦਾ। ਉਹ ਸੋਚ ਰਹੇ ਹਨ ਕਿ ਸਮਝ ਦੇ ਤਲ 'ਤੇ ਹੀ ਗੱਲ ਸਮਝ ਲੈਣੀ। ਅਤੇ ਸਮਝ ਦੇ ਤਲ 'ਤੇ ਇਹ ਗੱਲ ਸਮਝ ਵਿੱਚ ਨਹੀਂ ਆ ਰਹੀ ਹੈ ਵੀ ਤੁਸੀਂ ਧਿਆਨ ਕਰਕੇ ਬਾਹਰ ਜਾ ਰਹੇ ਹੋ। ਧਿਆਨ ਪਰ ਵੱਲ ਹੈ, ਦੂਸਰੇ ਵੱਲ ਹੈ। ਭਾਵੇਂ ਸੋਚ ਤੁਸੀਂ ਅੰਦਰੇ ਹੀ ਰਹੇ ਹੋ, ਪਰ ਖਿਆਲ ਦੂਸਰੇ ਦਾ ਆ ਗਿਆ ਅਤੇ ਦੂਸਰੇ ਵੱਲ ਧਿਆਨ ਚਲੇ ਗਏ ਅਤੇ ਤੁਸੀਂ ਆਪਣੇ ਆਪੇ ਤੋਂ ਦੂਰ ਚਲੇ ਗਏ। ਸੁਰਤ ਕਰਕੇ, ਧਿਆਨ ਕਰਕੇ ਗਏ ਨਹੀਂ, ਫਿਰ ਵੀ ਗਏ। ਜਿਵੇਂ ਟਾਰਚ ਦਾ ਚਾਨਣ ਬਾਹਰ ਜਾਂਦਾ ਹੈ, ਗਿਆ ਤਾਂ ਨਹੀਂ ਹੈ, ਹੈ ਤਾਂ ਅੰਦਰੋਂ ਬਾਹਰ ਨੂੰ ਜਾ ਰਿਹਾ ਹੈ, ਦੂਰ। ਇਵੇਂ ਹੀ ਤੁਹਾਡਾ ਜੋ ਅੰਤਰੀ ਪ੍ਰਕਾਸ਼ ਹੈ ਉਹ ਬਾਹਰ ਜਾਂਦਾ ਹੈ, ਬਾਹਰ ਫੈਲ ਜਾਂਦਾ ਹੈ ਸੰਸਾਰ 'ਚ, ਅਤੇ ਤੁਸੀਂ ਆਪਣੇ ਆਪੇ ਨੂੰ ਭੁੱਲ ਜਾਂਦੇ ਹੋ। ਹੁਣ ਕਈ ਜਗ੍ਹਾ ਇਉਂ ਵੀ ਲਿਖਿਆ ਹੈ ਨਾ, ਆਪ ਗਵਾਈਏ ਤਾਂ ਸਹੁ ਪਾਈਏ, ਅਵਰ ਕੈਸੀ ਚਤਰਾਈ। ਵੀ ਆਪਣਾ ਆਪ ਗਵਾਉਣਾ ਹੈ, ਪਰ ਗਵਾਉਣ ਵਾਲੀ ਗੱਲ ਉਦੋਂ ਹੀ ਸ਼ੁਰੂ ਹੋਵੇਗੀ ਜਦੋਂ ਤੁਹਾਨੂੰ ਆਪਣੇ ਆਪੇ ਦਾ ਪਤਾ ਲੱਗੇਗਾ। ਪਹਿਲਾਂ ਤਾਂ ਪਤਾ ਹੀ ਨਹੀਂ ਲੱਗ ਰਿਹਾ ਹੈ ਤੁਹਾਨੂੰ ਆਪਣੇ ਆਪੇ ਦਾ। ਤੁਸੀਂ ਜੋ ਆਪਣਾ ਆਪ ਸਮਝ ਰਹੇ ਹੋ, ਤੁਸੀਂ ਹੋ ਥੋੜ੍ਹੀ। ਨਾ ਤੁਹਾਡਾ ਇਹ ਨਾਮ ਹੈ ਮਾਤਾ ਪਿਤਾ ਨੇ ਰੱਖਤਾ, ਨਾ ਤੁਹਾਡਾ ਜੋ ਬਾਹਰ ਜਾਣਕਾਰੀ ਜੋ ਤੁਸੀਂ ਹਾਸਿਲ ਕੀਤੀ ਉਹ ਤੁਹਾਡੀ ਹੈ, ਸਭ ਬਾਹਰ ਹੀ ਹੈ। ਬਾਹਰੋਂ ਸੁਣ ਕੇ ਤੁਸੀਂ ਬੁੱਧੀ ਦੁਆਰਾ ਇਕੱਠਾ ਕਰੀ ਜਾਂਦੇ, ਵਿਚਾਰੀ ਜਾਂਦੇ, ਸੋਚੀ ਜਾਂਦੇ, ਉਹ ਤੁਹਾਡਾ ਥੋੜ੍ਹੀ ਹੈ। ਤੁਸੀਂ ਉਹ ਆਪਣਾ ਆਪਾ ਸਮਝ ਲੈਂਦੇ ਹੋ, ਤਾਂ ਉਹ ਸਮਝ ਨੂੰ ਲੈ ਕੇ ਫਿਰ ਚੱਲ ਪੈਂਦੇ, ਉਹ ਵੀ ਤੁਹਾਡੀ ਨਹੀਂ ਹੈ। ਜੋ ਵੀ ਜਾਣਕਾਰੀ ਹੈ ਤੁਹਾਨੂੰ ਆਪਣੇ ਆਪੇ ਦੀ, ਉਹ ਤੁਸੀਂ ਨਹੀਂ ਹੋ। ਤਾਂ ਜੋ ਨਹੀਂ ਹੋ ਉਹ ਹੀ ਗਵਾਉਣਾ ਹੈ, ਉਹਨੂੰ ਹੀ ਤੁਸੀਂ ਆਪਣਾ ਆਪਾ ਸਮਝ ਰਹੇ ਹੋ। ਜਿਹਨੂੰ ਤੁਸੀਂ ਆਪਣਾ ਆਪਾ ਸਮਝਦੇ ਹੋ ਨਾ, ਮੈਂ, ਜਿੱਥੋਂ ਵਿਚਾਰ ਸ਼ੁਰੂ ਹੁੰਦੇ ਆ, ਮੈਂ ਦੇ ਖਿਆਲ ਤੋਂ ਹੀ ਹੋ ਰਹੇ ਹਨ। ਅਗਰ ਨਾ ਖਿਆਲ ਹੋਵੇ ਮੈਂ ਦਾ, ਫਿਰ ਵਿਚਾਰ ਨਹੀਂ ਹੋਣਗੇ। ਮੈਂ ਦੇ ਖਿਆਲ ਤੋਂ ਵਿਚਾਰ ਸ਼ੁਰੂ ਹੁੰਦੇ ਹਨ। ਇਸੇ ਕਰਕੇ ਹਉਮੈ ਦੀਰਘ ਰੋਗ ਕਿਹਾ, ਸਾਰੇ ਨੂੰ ਵੱਡਾ ਮੁੱਢਲਾ ਰੋਗ, ਜੜ ਮੂਲ 'ਚ ਲੱਗਾ ਹੋਇਆ। ਮੈਂ ਹਾਂ, ਖਿਆਲ ਪੈਦਾ ਹੋਇਆ ਅਤੇ ਫਿਰ ਤੂੰ ਦਾ ਖਿਆਲ ਸ਼ੁਰੂ ਹੁੰਦਾ ਹੈ ਅਤੇ ਵਿਚਾਰ ਪੈਦਾ ਹੁੰਦਾ ਹੈ। ਅਤੇ ਜੋ ਮੈਂ ਹਾਂ, ਤੁਸੀਂ ਕੌਣ ਹੋ ਪਹਿਲਾਂ ਇਹੋ ਹੀ ਖੋਜੋ। ਅਗਰ ਤੁਸੀਂ ਧਿਆਨ ਦੇ ਮਾਰਗ 'ਤੇ ਚੱਲ ਰਹੇ ਹੋ ਤਾਂ ਖੋਜੋ ਤੁਸੀਂ ਕੌਣ ਹੋ। ਪਹਿਲਾਂ ਜਿਹੜੀ ਜਾਣਕਾਰੀ ਇਹਨੂੰ ਹਟਾਉਂਦੇ ਜਾਓ ਵੀ ਜੋ ਮੇਰਾ ਨਾਮ ਹੈ ਵੀ ਮੈਂ ਨਹੀਂ ਹਾਂ। ਪਹਿਲਾਂ ਸਰੀਰ ਹੈ ਬਾਹਰਲਾ, ਫਿਰ ਸਰੀਰ ਦੇ ਨਾਲ ਜਿਹੜੇ ਬਾਹਰ ਜੁੜੇ ਹਨ ਉਹ ਮੇਰੇ ਨਹੀਂ ਹਨ। ਪਹਿਲਾਂ ਉੱਥੋਂ ਸ਼ੁਰੂ ਹੋਏਗਾ ਕੰਮ, ਖਿਆਲ ਵਿੱਚ ਲਓ। ਜਿਹੜੇ ਮੇਰੇ ਹਨ ਉਹ ਮੇਰੇ ਨਹੀਂ ਹਨ, ਉਹ ਛੁੱਟ ਗਏ। ਕੁਛ ਵੀ ਮੇਰਾ ਨਹੀਂ ਹੈ, ਉਹ ਛੁੱਟ ਗਏ। ਫਿਰ ਇਹ ਸਰੀਰ ਮੇਰਾ ਨਹੀਂ, ਤੁਹਾਡਾ ਥੋੜ੍ਹੀ। ਤੁਸੀਂ ਆਪਣੇ ਆਪ ਨੂੰ ਸਰੀਰ ਦੇ ਵਿੱਚ ਪਾਇਆ ਹੈ, ਸਰੀਰ ਤੁਹਾਡਾ ਥੋੜ੍ਹੀ ਹੈ ਨਾ। ਸਰੀਰ ਤੁਹਾਡਾ ਹੈ, ਇਸੇ ਕਰਕੇ ਰਾਤ ਨੂੰ ਤੁਸੀਂ ਸੁੱਤੇ ਹੋਏ ਹੋ, ਕੁਛ ਵੀ ਪਤਾ ਨਹੀਂ, ਮੂਰਛਿਤ ਹੋ, ਤਾਂ ਵੀ ਸਰੀਰ ਚੱਲ ਰਿਹਾ ਹੈ। ਸਰੀਰ ਤੁਹਾਡਾ ਨਹੀਂ ਹੈ। ਫਿਰ ਜੋ ਜਾਣਕਾਰੀ ਹੈ ਇਹ ਸਰੀਰ ਦੁਆਰਾ ਇਕੱਠੀ ਹੋਈ, ਇਹ ਵੀ ਤੁਹਾਡੀ ਨਹੀਂ।
क्योंकि शरीर के तल ते इकट्ठी होई। जो भी तुसी अपने आप नूं जान रहे हो, प्रश्न लिखण दे वेले भी ख्याल विच रखो। तुसी कुछ ना कुछ तो जानिया तां ही लिखिया है ना, प्रश्न भी तां ही आया है ना। प्रश्न जिहड़ा आया है तुहाडा, वो तुहाडे अपने आपे चों ही आया है। वो तुसी अपना आपा की समझ रहे हो प्रश्न लिखण दे समय। कौन हो तुसी प्रश्न लिखण वाले? किन्ने प्रश्न पुछे आ, किन्ने सोचिया, किन्ने विचारिया? तुसी इनू ही अपना आपा समझदे हो, जिहड़ा सोचण वाला, विचारन वाला, समझण वाला, फिर पुछण वाला। फिर तुसी अपना नाम लिख दिंदे। नाम ना भी बड़ा मोह हुंदा है लोकां नूं, जाति ना मोह हुंदा। ये भी मेरी, मेरे दे संबंध, मेरी मेरी धार बंधन बंधे। बंधन ही इहो ही है ना भी जो मेरा नहीं है उन्होंने मेरा समझ लिया। तो उहदे चों ही अपना आपा बना लेंदे हो तुसी। मेरे चों अपना आपा निकलदा है तुहाडा। तो जो निकलदा है ना वो बिल्कुल झूठ है, क्योंकि मेरा झूठ है, मेरापन झूठ है। तो झूठ चों झूठ ही पैदा होवेगा ना, सच थोड़ी। तो तुसी ध्यान द्वारा, ख्याल द्वारा सुरत तुहाडी बाहर जाती है संसार विच। तुसी बाहर जाते हो तो कहा जाता है जिन्ना चिर तुसी अपने आपे दे कोल ना आवोगे तो उन्ना चिर उहदे कोल किवें आवोगे जिहड़ा अपने आपे तो पिछे है। भांभेरी के पात पार दो बिन पेखे दुराए, जिहड़ा पर्दे दे पिछे है। पहला अपने आपे दे कोल आओगे तां ही जाओगे ना उहदे कोल, जिहड़ा अपने आप तो पिछे बैठा, कोले बैठा। रविदास जी कहते, कह रविदास हाथ पै नेरे। हाथ भी दूर है, बहुत नेड़े है, नेरे है उत्ते नेरा, कोल है, पर वो अपने आपे दे कोल है, पर दे कोल नहीं है। पर नालों दृष्टि हटाउणी है, पहला पर नालों ध्यान हटाउणा है, ध्यान दा मार्ग इहो ही। ते आपा, अपना आपा तुहाडा बाहर नहीं है। हुण जिन्नू चोट लगदी है तुहाडे, किते बाहर चोट लगदी है, वो थोड़ी अपना आपा है। पहला तो अपना आपा शरीर है, शरीर दे चोट लगूगी तुसी कहो हाओ मेरे चोट लग गई, कि शरीर नूं ही मैं अपना आपा समझदी। तो चोट शरीर ते लगे तो दुखी हुंदे हैं। बीमार लोग तदे तड़पदे हन। शरीर बीमार है, वो कहंदे हन मैं बीमार हाँ, मैं मर जाऊँगा या मर जाऊँगी। वो शरीर नूं ही अपना आप समझ रहे हैं। फिर शरीर दा नां रखता, जात रखती, गोत रखती, उहदे नाल जुड़ गई। वो ज़्यादा अपना आपा गहरा हो जाता है। फिर अंदरला अपना आप होर भी गहरा हो जाता है, वो विचारां दा है, ख्यालां दा। तुसीं कदी ख्याल कीता है? फिर शरीर नूं कोई बीमार कह देवे, तुसीं इन्ना गुस्सा नहीं करोगे। मन नूं बीमार कह देवे कोई, तुहाडे मूर्ख कह देवे तुहानूं, किन्ना गुस्सा आउंदा। मैनूं मूर्ख किहा, बेसमझ किहा, मैं वो चोट किहनूं लग रही? एक ख्याल नूं जो बना लिया है तुसीं अपने प्रति, मैं बड़ा श्रेष्ठ बंदा, मैं मूर्ख थोड़े, पढ़िया लिखिया समझदार, मैनूं कोई मूर्ख कह दे तो तुसीं अपने आप ही अपना बना लिया स्वरूप, समझदारी दा, ज्ञानी दा, वधिया पुरुष दा, धार्मिक पुरुष दा खिताब दे दिता अपने आपे।
ਹੁਣ ਕਿਤਾਬ ਕੋਈ ਖੋ ਰਿਹਾ, ਤੁਹਾਨੂੰ ਬਾਹਰੋਂ ਮੂਰਖ ਕਹਿ ਦਿੱਤਾ, ਬੇਸਮਝੀ ਕਹਿ ਦਿੱਤਾ, ਗੁੱਸਾ ਆ ਗਿਆ, ਤਾਂ ਉਹਦੇ ਨਾਲ ਤੁਸੀਂ ਜੁੜ ਗਏ ਆਪਣੇ ਆਪੇ ਨਾਲ। ਉਹ ਵੀ ਤੁਹਾਡਾ ਆਪਣਾ ਆਪਾ ਨਹੀਂ। ਅਤੇ ਯਾਤਰਾ ਬਾਹਰੋਂ ਸ਼ੁਰੂ ਹੋਵੇਗੀ। ਪਹਿਲਾਂ ਜਿਹੜੇ ਮੇਰੇ ਹਨ ਉਹ ਛੁੱਟਣਗੇ, ਉਸ ਤੋਂ ਬਾਅਦ ਮੇਰਾ ਛੁੱਟੇਗਾ, ਉਸ ਤੋਂ ਬਾਅਦ ਮੈਂ ਛੁੱਟੇਗੀ। ਧਿਆਨ ਵਿੱਚ ਰੱਖੋ, ਇੱਕਦਮ ਤੁਸੀਂ ਅੰਦਰੋਂ ਸ਼ੁਰੂ ਨਹੀਂ ਕਰ ਸਕਦੇ ਯਾਤਰਾ, ਪਹਿਲਾਂ ਬਾਹਰੋਂ ਕਰਨੀ ਪਵੇਗੀ। ਆਦਮੀ ਤਾਂ ਸੋਚਦਾ ਹੈ ਵੀ ਅੰਦਰੋਂ ਮੈਂ ਛੱਡ ਦੇਵਾਂ, ਬਾਹਰ ਉਸ ਤਰ੍ਹਾਂ ਹੀ ਬਣਿਆ ਰਹੇ ਸਾਰਾ ਕੁਛ। ਜ਼ਿਆਦਾ ਇੱਦਾਂ ਹੀ ਸੋਚਦੇ ਹਨ ਧਾਰਮਿਕ ਲੋਕ, ਬੜੇ ਚਲਾਕ। ਕਹਿੰਦੇ ਹਨ ਧਿਆਨ ਕਰਕੇ ਨਾ ਅੰਦਰੋਂ ਪਰਮਾਤਮਾ ਨੂੰ ਪਾ ਲਈਏ ਅਤੇ ਬਾਕੀ ਜਿਹੜਾ ਕਹਿੰਦੇ ਜੋੜ ਉੱਦਾਂ ਹੀ ਬਣਿਆ ਰਹੇ ਬਾਹਰ। ਨਹੀਂ, ਉੱਦਾਂ ਨਹੀਂ ਬਣਿਆ ਰਹੇਗਾ। ਇਹ ਸਭ ਜੋੜ ਟੁੱਟ ਜਾਂਦੇ ਹਨ, ਚਕਨਾਚੂਰ ਹੋ ਜਾਂਦੇ ਹਨ। ਕਬੀਰ ਜੀ ਨੇ ਕਿਹਾ ਹੈ ਨਾ, ਅਰੇ ਭਾਈ ਦੇਖੋ, ਗਿਆਨ ਕੀ ਆਈ ਆਂਦੀ, ਸਭੇ ਉਡਾਨੀ ਭਰਮ ਕੀ ਟਾਟੀ, ਰਹੇ ਨਾ ਮਾਇਆ ਮਨ। ਕਹਿੰਦੇ ਇਹੋ ਜਿਹੀ ਹਨੇਰੀ ਆਈ ਨਾ, ਸਾਰੇ ਭਰਮ ਦੇ ਜੋ ਵੀ ਬਣਿਆ ਹੋਇਆ ਸੀ ਜਾਲ ਸਭ ਉਖੜ ਗਿਆ, ਸਭ ਛੱਪਰ ਟਹਿ ਗਏ, ਛੱਤਾਂ ਟਹਿ ਗਈਆਂ, ਉਡਾ ਕੇ ਲੈ ਗਈ ਸਭ ਕੁਛ। ਇਹ ਹਨੇਰੀ ਗਿਆਨ ਦੀ ਐਸੀ। ਪਰ ਗਿਆਨ ਦੀ ਹਨੇਰੀ ਜਿਹੜੀ ਹੈ ਨਾ, ਉਹ ਪਹਿਲਾਂ ਬਾਹਰ ਛੱਡ ਕੇ ਫਿਰ ਅੰਦਰ ਜਾ ਕੇ ਫਿਰ ਆਉਂਦੀ ਹੈ। ਆਪ ਛੱਡ ਕੇ ਆਉਂਦੀ ਹੈ। ਪਹਿਲਾਂ ਆਪਣੇ ਛੱਡਣੇ ਪੈਣੇ ਹਨ। ਜਿਵੇਂ ਕਬੀਰ ਜੀ ਨੇ ਕਿਹਾ, ਹਮਰਾ ਕੋ ਨਾ ਹਮ ਕਿਸੇ ਕੋ ਨਹੀਂ। ਸਿਰਫ ਸੋਚਣ ਨਾਲ ਨਹੀਂ ਇਹ ਹੋਣਾ ਹੈ, ਖਿਆਲ ਵਿੱਚ ਰੱਖੋ। ਅਗਰ ਤੁਸੀਂ ਸੋਚ ਲਓ ਮੇਰਾ ਕੋਈ ਨਹੀਂ ਹੈ, ਕਈ ਸੋਚ ਲੈਂਦੇ ਆ, ਪਰ ਭੱਜੇ ਤੇ ਤੁਸੀਂ ਫਿਰਦੇ ਹੋ ਨਾ, ਸੋਚਿਆ ਨਹੀਂ ਹੋਣਾ। ਸਿਰਫ